ਆ ਵੀ ਦੋ ਸੀ ਐ ਕਰ ਇੰਨਾ ਜ਼ੁਲਮ। ਇੰਨੀ ਵੀ ਤਲਵਾਰ ਵੱਜੀ ਸੀ, ਕਾਫਰ ਕਿਸੇ ਤੇ ਮਾਰੀ ਸੀ, ਤੇ ਜਦੋਂ ਉਹਨੂੰ ਨਾ ਮਾਰੇ ਉਹਨੂੰ ਕੌਣ ਮਾਰਦਾ? ਕਿ ਆਇਆ ਖੇਮਗੜ੍ਹ ਲੁੱਟ ਕੇ ਲਿਆਂਦਾ ਸੀ, ਖੇਮਗੜ੍ਹ ਨੂੰ ਲੈ ਗਏ। ਤੇ ਮਿੱਤਰੋ, ਅੱਜ 14 ਅਗਸਤ ਦਾ ਤਿਉਹਾਰ ਹੈ। ਲੋਕ ਪਾਕਿਸਤਾਨ ਬਣਨ ਦੀਆਂ ਖੁਸ਼ੀਆਂ ਮਨਾ ਰਹੇ ਨੇ, ਤੇ ਅਸੀਂ ਅੱਜ ਤੁਹਾਨੂੰ ਵਹਾਵਾਂਗੇ ਉਹ ਬਜ਼ੁਰਗ ਜਿਨ੍ਹਾਂ ਪਾਕਿਸਤਾਨ ਬਣਦਿਆਂ ਆਪਦੀਆਂ ਅੱਖਾਂ ਦੇ ਨਾਲ ਵੇਖਿਆ, ਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਨੇ ਆ। ਸਾਡੇ ਨਾਲ ਮੌਜੂਦ ਨੇ ਬਾਬਾ ਦੈਦ। ਉਹਨਾਂ ਪਾਕਿਸਤਾਨ ਵੇਖਿਆ, ਹਿਜਰਤ ਕਰਕੇ ਆਏ, ਪਾਕਿਸਤਾਨ ਬਣਨ ਦੀ ਸਾਰੀ ਕਹਾਣੀ ਉਹਨਾਂ ਦੀ ਜ਼ਬਾਨੀ ਸੁਣਨੇ ਆ। ਅਸਲਾਮ ਵਾਲੇਕੁਮ ਸਲਾਮ ਜੀ। ਪਾਕਿਸਤਾਨ ਜਦੋਂ ਬਣ ਲੱਗਾ ਨਾ, ਹਾਂਜੀ ਰੌਲਾ ਲੱਗਾ ਪਾਇਆ ਨਾ, ਹਾਂਜੀ ਪੋਲੀ ਪੋਲੀ ਨਾ ਧੂਸ ਹੋਣ ਲੱਗ ਪਿਆ ਵੀ ਉਹ ਗੁੱਟਸੇ 'ਚ ਫੈਲ ਹੁੰਦੇ ਨੇ ਪਏ, ਉਸ ਗੁੱਟਸੇ ਸ਼ਹਿਰ 'ਚ ਫੈਲ ਹੁੰਦੇ ਨੇ। ਅੱਜ ਸ਼ਾਮਨੀ 'ਚ ਫੈਲ ਹੋਏ ਨੇ। ਅੱਜ ਬਈ ਕਿਲੇ ਨੂੰ ਅੱਗ ਲਾਤੀ ਨੇ। ਕਿਹਨਾਂ ਲਾਈ ਹੈ? ਇਹ ਤਿੰਨਾਂ ਕੌਮਾਂ ਨੇ, ਰੰਗੇਜ ਨੇ ਅਤੇ ਗੋਠੀਆਂ ਨੇ ਅਤੇ ਮਿੱਡਿਆਂ ਨੇ। ਇਹ ਤਿੰਨ ਕੌਮਾਂ ਸੀ। ਇਹਨਾਂ ਤਿੰਨਾਂ ਕੌਮਾਂ ਧੂਣੀ ਧੁਖਦਿਆਂ ਨਾ ਜਿਸ ਵੇਲੇ ਇੱਥੇ ਕੰਮ ਜ਼ਿਆਦਾ ਵੱਧ ਗਿਆ। ਲੋਕ ਜ਼ਿਮੀਂਦਾਰ ਜਿਹੜੇ ਵਿੱਚੋਂ ਸੀ ਮੁਸਲਮਾਨ ਉਹ ਲਾਪਾ ਵਿੱਚੋਂ ਨਿਕਲਣ ਲੱਗ ਪਏ। ਉਹਨਾਂ ਲੋਕ ਇਹ ਜਿਹੜੇ ਸੀ ਬੇਮਜ਼ਬ ਉਹਨਾਂ ਨੂੰ ਮਾਰਨ ਲੱਗ ਪਏ। ਇਹ ਲੋਕ ਜਿਹੜੇ ਵਾਕਈ ਪਿੰਡਾਂ ਦੇ ਇਕੱਠੇ ਹੋ ਕੇ ਤੇ ਲੰਘਣ ਲੱਗੇ ਹੈਡ ਤੇ ਅੱਗੇ ਆਉਂਦਾ ਸੀ ਗੁਰੂ ਦਾ ਬਾਗ। ਕਈ ਘਮਾਵਾਂ ਦੇ ਵਿੱਚ ਬਾਗ ਸੀ ਗੁਰੂ ਦਾ, ਉਹਦੇ ਵਿੱਚ ਆਣ ਕੇ ਲੋਕ ਜਮ੍ਹਾਂ ਹੁੰਦੇ ਰਹੇ। ਅੱਗੋਂ ਹੈਡ ਤੋਂ ਲੰਘਣ ਲੱਗਿਆ ਉਹ ਮਾਰਦੇ ਸੀ। ਜਿਸ ਵੇਲੇ ਮਾਰਦੇ ਸੀ ਨਾ, ਜਿਸ ਵੇਲੇ ਇੱਕ ਫੌਜੀ ਆਇਆ, ਫੌਜੀ ਮੁਸਲਮਾਨ, ਉਹਦੇ ਕੋਲ ਘੋੜੀ ਸੀ, ਤੇ ਘੋੜੀ ਉੱਤੇ ਸਵਾਰ ਹੋਵੇ ਤੇ ਉਹਨੇ ਆਖਿਆ ਵੀ ਕੀ ਗੱਲ ਹੈ, ਤੁਸੀਂ ਲੰਘਦੇ ਨਹੀਂ ਜੀ ਅਗਾਂ। ਆਖਣ ਲੱਗੇ ਵੀ ਅਗਾਂ ਜਨਾਬ ਬੰਦੇ ਬੜੇ ਮਾਰੀ ਜਾਂਦੇ ਹੋ, ਤਾਂ ਚਾਰ ਆਦਮੀ ਤਿੰਨ ਕੌਮਾਂ ਖੜੀਆਂ ਮਾਰੀ ਜਾਣ। ਉਹਨੇ ਆ ਚਲੋ ਠੀਕ ਹੈ ਕੋਈ ਗੱਲ ਨਹੀਂ। ਉਹਨੇ ਘੋੜੀ ਛੱਡ ਕੇ ਉਹ ਚਲਾ ਜਾਂਦਾ ਆਪ। ਜਿਹੜੇ ਹੈਡ 'ਤੇ ਮਾਰਦੇ ਸੀ ਬੰਦੇ ਉਹਨਾਂ ਨੂੰ ਉਹਨੇ ਟਪਾ ਦਿੱਤਾ ਪਹਿਲੋਂ। ਉਹਨੇ ਪੱਲੂ ਫੇਰਿਆ, ਆਓ ਵੀ ਦੁਨੀਆ ਲੰਘੀਏ ਜੇ ਲੰਘਣ ਮੁਸਲਮਾਨ। ਹੈਡ ਤੋਂ ਦੁਨੀਆ ਐਵੇਂ ਲੰਘਦੀ ਜਿਵੇਂ ਚੱਕੀ 'ਚ ਦਾਣੇ ਲੰਘਦੇ ਨੇ। ਲੰਘ ਕੇ ਅੱਗੇ ਕੁੱਜੀਆਂ ਦਾ ਬਾਗ ਹੈ, ਝੱਲ ਉਹਦੇ ਵਿੱਚ ਦੁਨੀਆ ਵੜਦੀ ਜਾਏ ਵੀ ਇਹ ਨਹੀਂ ਨਾ ਪਤਾ ਕਿਸੇ ਨੂੰ ਕਿ ਸਾਡੀ ਹੱਦ ਆ ਗਈ। ਜਿਸ ਵੇਲੇ ਉਹਦੇ ਵਿੱਚ ਦੁਨੀਆ ਵੜਦੀ ਗਈ ਤੇ ਕਿਸੇ ਨੂੰ ਇਹ ਨਹੀਂ ਸੀ ਪਤਾ ਹੈਗਾ ਇਸ ਬਣੇ ਮਲੜਾ ਬਣਿਆ ਸੀ ਪਹਿਲਾ ਹੈਡ ਦਾ, ਉਹਦੇ 'ਤੇ ਕੁੜੀ ਆ ਕਾਫਰ ਬੈਠਾ ਸੀ। ਉਸ ਨੇ ਉਸ ਫੌਜੀ ਨੂੰ ਉਹਨੇ ਮਾਰਿਆ, ਫੌਜੀ ਨੂੰ ਉਹਨੇ ਮਾਰਤਾ। ਹੁਣ ਫੌਜੀ ਲੋਕ ਕੌਣ ਸੰਭਾਲੇ? ਆਪਦਾ ਆਪ ਲੋਕ ਸੰਭਾਲ ਤੋਂ ਬਾਹਰ ਆਵਾਜ਼ਾਰ ਹੋ ਗਿਆ, ਤੇ ਉਸੇ ਕੌਣ ਪਛਾਣੇ? ਵੇਖੇ ਨਾ, ਇਹ ਉਦੋਂ ਵਕਤ ਬਹੁਤ ਬੁਰਾ ਸੀ। ਪੁੱਤਰ ਮਾਵਾਂ ਨੂੰ ਨਹੀਂ ਸੰਭਾਲਦੇ, ਇੰਨੇ ਬੁਰੇ ਹਾਲਾਤ ਸੀ। ਜਿਹੜਾ ਪੁੱਤਰ ਡਿੱਗ ਪਿਆ ਨਾ ਮਾਂ ਦੇ ਪੇਟ ਝੋਲੀ 'ਚੋਂ, ਉਹਨੂੰ ਵੀ ਉਹਨੇ ਨਹੀਂ ਫੜਿਆ। ਆਪਦੀ ਨਫਸੋ ਨਫਸੀ ਸੀ, ਆਪਦੀ ਜਾਨ ਬਚਾਉਣ ਵਾਸਤੇ ਲੋਕ ਨੱਸਦੇ ਪਏ। ਲੋਕ ਆਪਦੀ ਜਾਨ ਬਚਾਉਣ ਵਾਸਤੇ ਕੋਸ਼ਿਸ਼ ਕੀਤੀ ਵੀ ਇੱਥੋਂ ਨਿਕਲੀਏ। ਜਦੋਂ ਤੁਸੀਂ ਇੰਡੀਆ 'ਚ ਰਹਿੰਦੇ ਸਾਜੇ, ਤੇ ਕਿਹੜਾ ਪਿੰਡ ਸੀ ਤੁਹਾਡਾ? ਸਾਡਾ ਇੰਡੀਆ ਪਿੰਡ ਸੀ ਫਿਰੋਜ਼ਪੁਰ ਦੇ ਨਾਲ ਸੀ ਪਿੰਡ ਬਾਬਰੀਆਂ ਵਾਲੀ ਬਸਤੀ। ਪਹਿਲੋਂ ਭੱਟੀਆਂ ਵਾਲੀ ਬਸਤੀ ਆਉਂਦੀ, ਅੱਗੇ ਬਾਬਰੀਆਂ ਵਾਲੀ ਬਸਤੀ ਆਉਂਦੀ ਸੀ। ਜਦੋਂ ਉੱਥੇ ਰਹਿੰਦੇ ਸਾਜੇ ਕੋਈ ਸਿੱਖ ਵੀ ਤੁਹਾਡੇ ਬੇਲੀ ਹੋਣਗੇ? ਬੇਲੀ ਬੇ ਕੋਈ ਯਾਦ ਹੈਗਾ ਹੁਣ ਵੀ? ਕੋਈ ਨਾਂ ਯਾਦ? ਕਿੱਥੋਂ ਯਾਦ ਹੋਣਾ? ਭੁੱਲ ਗਿਆ ਨਾਂ ਯਾਦ? ਯਾਦ ਹੀ ਭੁੱਲ ਗਿਆ ਕਿ ਹੁਣ ਕਾਹਦੇ ਨਿੱਕੇ ਨਿੱਕੇ ਹੁੰਦੇ ਉਹਨਾਂ ਨਾਲ ਖੇਡਦੇ ਹੋਵੋਗੇ, ਇਕੱਠੇ ਰਹਿੰਦੇ ਹੋਵੋਗੇ। ਬੱਚੇ ਇਕੱਠੇ ਹੈਗੇ, ਹਿੰਦੂ ਵੀ ਇਕੱਠੇ ਆ, ਮੁਸਲਮਾਨ ਵੀ ਇਕੱਠੇ। ਸਾਡੀਆਂ ਬਸਤੀਆਂ 'ਚ ਹਿੰਦੂ ਕੌਣ ਹੀ ਸੀਗਾ। ਤੇ ਜਿਹੜਾ ਤੁਹਾਡੇ ਕੋਈ ਆਂਢ ਗੁਆਂਢ ਕੋਈ ਘਰ ਕੋਈ ਯਾਦ ਹੋਵੇ ਕਿਸੇ ਬੇਲੀ ਦੋਸਤ ਦਾ? ਯਾਦ ਕੌਣ ਹੀ ਰਹਿ ਗਿਆ। ਕੋਈ ਯਾਦ ਪੁੱਤਰ ਉਮਰ ਟੋਟਾ ਗੁਜ਼ਰ ਗਿਆ, ਟੋਟਾ ਗੁਜ਼ਰ ਗਿਆ। ਟੋਟਾ ਗੁਜ਼ਰ ਗਿਆ। ਤੇ ਉਹ ਜਦੋਂ ਹੁਣ ਵੀ ਅਗਰ ਤੁਹਾਨੂੰ ਮੌਕਾ ਮਿਲੇ ਤੇ ਤੁਸੀਂ ਇੰਡੀਆ 'ਚ ਜਾਵੋ? ਅਸੀਂ ਚਾਹੀਏ ਸੀ ਆਪਦੀ ਜਗ੍ਹਾ ਸਿਆਣਾ ਕਿ ਭਾਵੇਂ ਟੋਪਲ ਢੋਈ ਹੈ, ਆਪਦੇ ਸ਼ਹਿਰ ਸਾਰੇ ਫਿਰ ਆ ਗਏ। ਅੱਛਾ, ਸਾਰੇ। ਮੈਂ ਆਪਦੇ ਪਿੰਡੋਂ ਰੋਟੀ ਲੈ ਕੇ ਜਾਂਦਾ ਹੁੰਦਾ ਹਾਂ, ਰਖੜੀ ਹੈਗੀ ਸੀ ਸ਼ਹਿਰ ਦੇ ਲਾਲ ਹੀ ਪਰਲੇ ਬਣੇ, ਉਹ ਰੋਈ 'ਚ ਪੈਂਦੀ ਸੀ। ਸਿੱਖ ਮੇਰੇ ਦਾਦੇ ਨੂੰ ਲੈ ਕੇ ਗਿਆ ਸੀ ਕੰਮ ਕਰਨ ਵਾਸਤੇ। ਉੱਥੇ ਕੋਈ ਸਾਲ 2 ਸਾਲ ਰਿਹਾ। ਮੈਂ ਰੋਟੀ ਸੁਬਾਹ ਦੇਣ ਜਾ ਅਤੇ ਸ਼ਾਮ ਨੂੰ ਵੀ ਦੇਣ ਜਾ। ਡਿਗਰ ਵੇਲੇ ਘਰੋਂ ਨਿਕਲਣਾ ਅਤੇ ਜਿਹੜੀ ਦਿੱਲੀ ਸੜਕ ਜਾਂਦੀ ਉਸ ਲੱਗ ਜਾਣਾ, ਅੱਗੇ ਜਾਣਾ। ਅੱਗੋਂ ਰਾਹ ਲੱਗਣਾ ਸੀ। ਅਸੀਂ ਕਰਦੇ ਆਹ ਝਟਕਾ ਕੋਠੀ ਹੁੰਦੀ ਸੀ ਉਹਨਾਂ ਦੀ, ਜਿਹਦੀ ਝਟਕਾ ਕਰਦੇ ਸੀ ਜਾਨਵਰਾਂ ਨੂੰ ਝਟਕੇ ਨਾਲ ਦੇ। ਹਾਂ, ਸਿੱਖ ਜਿਵੇਂ ਆਪਾਂ ਲਾਲ ਕਰਦੇ, ਉਹ ਝਟਕਾ ਕਰਦੇ ਕੋਲ ਲੰਘ ਜਾਣਾ। ਅੱਗੋਂ ਰਾਹ ਆ ਜਾਣਾ, ਰਾਹ ਟੁੱਟ ਜਾਣਾ, ਉੱਥੇ ਅੱਪੜ ਜਾਣਾ ਸਿੱਖਾਂ ਦੇ ਪਿੰਡ। ਉਹਨਾਂ ਕੰਜਾਂ ਨੇ ਬੈਠਿਆ ਹੋਣਾ, ਜ਼ਮੀਨਾਂ ਦੇ ਮਾਲਕ ਹੁੰਦੇ, ਬੜੇ ਸਾਈ ਰੱਖੇ ਹੁੰਦੇ, ਉਹਨਾਂ ਨੂੰ ਆਂਦੇ ਮਜ਼੍ਹਬੀ ਸਿੱਖ। ਅੱਛਾ ਅੱਛਾ। ਸ਼ਰਾਬਾਂ ਪੀਤੀ ਆਪਣੀਆਂ, ਝੋਲੀ ਛੋਲੇ ਹੋਣੇ, ਚਣੇ ਬਣਾਏ ਨੇ, ਗੋਲ ਕੋਲ ਹੋਣਾ, ਕੂੰਡਾ ਕੋਲ ਪਿਆ ਹੋਣਾ। ਉਹਨੇ ਹਾਸਿਆ ਔਰ ਆਏ ਮਜ਼੍ਹਬੀ ਸਿੱਖਾ। ਉਹਨੇ ਜੀ ਸਰਦਾਰ ਉਹਨੇ ਵੀ ਅੰਨੇ ਆਉਣਾ, ਤੇ ਉਹਨੇ ਵੀ ਅੰਨੇ ਆਉਣਾ। ਮੈਂ ਸੁਣਿਆ ਨੇ ਹਾਸਿਆ ਪਾਣੀ ਨਹੀਂ ਲੰਘਣ ਦਿੰਦਾ ਖਾਲੀ ਦਾ, ਨਹੀਂ ਲੰਘਣ ਦਿੰਦਾ। ਉਹਨੇ ਖੂੰਡਾ ਜ਼ਮੀਨ 'ਤੇ ਮਾਰਨਾ,
ਉਹਨੇ ਉੱਠਦੇ ਆਮਣਾ ਜਿਹਨਾਂ ਨਾਂ ਲੈਣਾ ਉਹ ਲੱਤ ਭੰਨ ਦੇਣੀ। ਲੈ ਓਏ ਬੱਧਾ ਪਿਆ ਹੀ ਪਾਣੀ। ਇਹ ਸੂਰ ਘੁੰਮਦੀ। ਉਹਨੇ ਜੇਲ੍ਹ 'ਚ ਅਪੜ ਜਾਣਾ, ਉਹਨੇ ਹਸਪਤਾਲ ਅਪੜ ਜਾਣਾ। ਕੀ ਆਖਣਾ ਚੱਲਨੇ ਆਏ ਗੁਰੂ ਦੀ ਸਹੁੰ ਫੈਸਲਾ ਲੈ ਲਾਂਗੇ ਬਦਲਾ ਆ ਕੀ। ਦਰੋਗੇ ਨੂੰ ਆਖਣਾ ਮੇਰੇ ਭਾਂਡੇ ਨਾ ਗਵਾਵੀਂ ਓਏ, ਮੈਂ ਆਇਆ ਲੈ। ਕਬੂਤੀ ਕੌਮ ਸੀ ਅਸਲ ਉਹ। ਅੱਛਾ, ਜਦੋਂ ਤੁਸੀਂ ਉੱਥੇ ਰਹਿੰਦੇ ਸਾਜੇ ਇਕੱਠੇ, ਉਹਨਾਂ ਦੀਆਂ ਰਸਮਾਂ ਹੋਲੀਆਂ ਜਾਂ ਜਿਹੜੇ ਵੀ ਉਹਨਾਂ ਦੀਆਂ ਰਸਮਾਂ ਜਿਵੇਂ ਨਾ ਆਪਣੀਆਂ ਨਾ ਇਦਾਂ ਨੇ, ਉਹਨਾਂ ਦੀ ਕੋਈ ਰਸਮ ਤੇ ਨਹੀਂ ਆਪਣੇ ਜਾਂਦੀ? ਪਿੰਡਾਂ ਦੇ ਨੇੜੇ ਸਿੱਖ ਕੋਣੀ ਸੀਗਾ। ਅੱਛਾ, ਮੁਸਲਮਾਨ ਰਹਿੰਦੇ ਸੀ। ਮੁਸਲਮਾਨ ਭੱਟੀਆਂ ਦੀ ਬਸਤੀ ਮੁਸਲਮਾਨ, ਬਾਬਰੀਆਂ ਦੀ ਬਸਤੀ ਮੁਸਲਮਾਨ, ਅੱਗੇ ਸੂਬੇ ਆਈ ਉਹ ਵੀ ਮੁਸਲਮਾਨ, ਅੱਗੇ ਮਦਵੇ ਆ ਜਾਂਦੀ ਉਹ ਵੀ ਸੂਬੇ ਮਾਂ, ਅੱਗੇ ਗੋਖੀ ਵਾਲਾ ਆ ਜਾਂਦੇ। ਛੋਟੀ ਛੋਟੀਆਂ ਬਸਤੀਆਂ ਸੀ ਮੁਸਲਮਾਨਾਂ ਦੀਆਂ। ਇਹਨਾਂ ਵਿੱਚ ਜੱਟ ਘੋੜੀ ਸੀ ਜਿੱਦਾਂ ਖੱਤਰੀ ਕੋ ਸਾਡੇ ਪਿੰਡ ਖੱਤਰੀ ਹੈਗਾ ਸੀ, ਰਾਮ ਲਾਲ ਖੱਤਰੀ ਦਾ ਨਾਂ ਸੀ। ਉਹਦੀ ਦੁਕਾਨ ਸੀ ਪਰਚੋਣ ਦੀ। ਅੱਛਾ, ਘਰੋਂ ਜਿਹੜੇ ਪਿੰਡ ਤੁਸੀਂ ਰਹਿੰਦੇ ਸਾਜੇ ਉੱਥੋਂ ਦਾ ਨੰਬਰਦਾਰ ਕੌਣ ਹੈਗਾ ਸੀ ਉਸ ਤੋਂ? ਲੰਬਰਦਾਰ ਜਿਹੜਾ ਉਹਨਾਂ ਲੰਬਰਦਾਰ ਹੈਗਾ ਸੀ, ਸੱਤੂ ਦੇ ਨਾਂ ਸੀ। ਅੱਛਾ, ਸੱਤੂ ਨੰਬਰਦਾਰ ਸੀ। ਸੱਤੂ ਲੰਬਰਦਾਰ ਸੀ, ਬੜਾ ਅਮੀਰ ਬੰਦਾ ਸੀ, ਬੜਾ ਸੋਹਣਾ ਬੰਦਾ ਸੀ, ਚੰਗਾ ਬੰਦਾ ਸੀ। ਬਹੁਤ ਚੰਗਾ ਸੀ। ਉਹ ਗਰੀਬਾਂ ਨਾਲ ਤਾਮਣ ਕਰਦਾ। ਫੌਤ ਹੋਇਆ ਸੀ ਹੈਡ ਤੋਂ ਲੰਘ ਕੇ, ਅੱਛਾ ਅੱਛਾ, ਐ ਲੰਘ ਕੇ ਫੌਤ ਹੋਇਆ ਸੀ। ਉਧਰ ਤੁਹਾਡੀ ਕੋਈ ਜ਼ਮੀਨ ਵੀ ਹੈਗੀ ਸੀ ਜਾਂ ਜ਼ਮੀਨ ਕੋਈ ਨਹੀਂ ਹੈਗੀ ਸੀ? ਨਾ ਆਪਣੀ ਜ਼ਮੀਨ ਕੋਲ, ਆਪਣੀ ਕੋਈ ਮਿਹਨਤ ਮਜ਼ਦੂਰੀ ਕਰਦੇ ਆਪਣੀ ਮਿਹਨਤ ਕਰਦੇ ਹਾਂ, ਬੋਚੀ ਕੰਮ ਕਰਦੇ ਸੀ ਅੱਛਾ ਅੱਛਾ। ਜੁੱਤੀਆਂ ਦਾ। ਤੇ ਜਦੋਂ ਫਿਰ ਪਾਕਿਸਤਾਨ ਚ ਆਏ, ਹਾਂ, ਤੇ ਜਦੋਂ ਪਾਕਿਸਤਾਨ ਦਾ ਨਾਂ ਕਿਵੇਂ ਪਤਾ ਲੱਗਾ ਕਿ ਆ ਪਾਕਿਸਤਾਨ ਹੈ ਆ ਇੰਡੀਆ ਇਹ ਹੈ? ਪਹਿਲਾਂ ਉਦੋਂ ਕੀ ਨਾਂ ਹੈਗਾ ਹੋ ਸੀ? ਜੀ ਉਦੋਂ ਨਾਂ ਲੱਗਾ ਹੈ ਨਾ ਪਤਾ, ਜਦੋਂ ਅਸਲ ਬਾਬੇ ਕਾਇਦੇ ਆਜ਼ਮ ਨੇ ਐਲਾਨ ਕੀਤਾ ਸੀ ਅੱਛਾ ਅੱਛਾ। ਬਈ ਆਪਣੇ ਹੱਥ ਇੱਥੇ ਜੇ ਹੈਡ ਤੇ। ਜਦੋਂ ਤੁਸੀਂ ਹੱਦ ਦੀ ਹੱਦ ਤੋਂ ਲੰਘੇ, ਪਾਕਿਸਤਾਨ ਚ ਪੈਰ ਰੱਖਿਆ, ਕੀ ਉਦੋਂ ਤੁਹਾਡੇ ਕਿਸੇ ਨੂੰ ਚਿਹਰੇ ਨਹੀਂ ਤੇ ਪਤਾ, ਪਤਾ ਹੀ ਨਹੀਂ ਸੀ ਅਸੀਂ ਆ ਨਾ, ਗਏ ਜਾਂ ਨਹੀਂ ਨਾ, ਆਏ? ਪਤਾ ਹੀ ਨਹੀਂ ਕਿਸੇ ਨੂੰ। ਅੱਛਾ, ਬਈ ਹੜ ਲੰਘ ਕੇ ਨਾ, ਪਤਾ ਹੀ ਨਹੀਂ ਕਿਸੇ ਨੂੰ ਵੀ ਸਾਡੀ ਹੱਦ ਆ ਗਈ ਕਿ ਨਹੀਂ। ਕਿੰਨਿਆਂ ਦਿਨਾਂ ਬਾਅਦ ਤੁਹਾਨੂੰ ਪਤਾ ਲੱਗਾ ਕਿ ਅੱਛਾ, ਅਸੀਂ ਸਾਨੂੰ ਇਹ ਪਤਾ ਲੱਗਾ ਹੈ ਕੋਈ ਮਹੀਨੇ ਡੂਢ ਮਹੀਨੇ ਪਿੱਛੋਂ, ਅੱਛਾ, ਡੂਢ ਮਹੀਨੇ ਜਦੋਂ ਪਿੱਛੋਂ ਐਲਾਨ ਕੀਤਾ ਹੈ ਹਜ਼ਰਤ ਸਾਹਿਬ ਨੇ, ਜਿੰਦਾ ਨੋਟ ਤੇ ਨਾਂ ਹੈ, ਕਾਇਦੇ ਆਜ਼ਮ ਨੇ ਐਲਾਨ ਕੀਤਾ। ਜੇ ਉਹ ਜੀਂਦਾ ਰਿਹਾ ਹਾਂਜੀ, ਤੇ ਫਿਰੋਜ਼ਪੁਰ ਆਪੇ ਬਣੇ ਹੋਏ ਆ, ਬਿਲਕੁਲ ਸਹੀ ਹੋ ਗਿਆ। ਫਿਰੋਜ਼ਪੁਰ ਆਪੇ ਬਣੇ ਹੋਏ ਆ। ਅਹੀਂ ਕਰਤਾ ਗੁਲਾਮ ਅਹੀਂ ਕਰਕੇ ਇਸ ਤਰ੍ਹਾਂ ਹੀ ਹੁਣ ਇਹ ਹਿਸਾਬ ਲਾ ਵੀ ਆਹ ਤਾਂ ਆ ਗਈ ਭਿੱਖੀ ਵਿੰਡੇ, ਹਾਂਜੀ, ਆ ਗਿਆ ਅੱਗੇ ਆਪਣਾ ਸ਼ੇਖਪੁਰ ਆਏ, ਇੱਥੇ ਚੌਂਕੀ ਉਹਨਾਂ ਦੀ ਏ, ਆਹ ਚੌਂਕੀ ਉਹਨਾਂ ਦੀ ਏ, ਆਹ ਚੌਂਕੀ ਆਪਣੀ ਤੇ ਇੱਕ ਚੌਂਕੀ ਆਪਣੀ ਏ। ਅੱਗੋਂ ਇਹਨਾਂ ਮੁਲਕ ਬਣਾ ਦਿੱਤਾ ਹੈ, ਅੱਛਾ ਅੱਛਾ, ਅੱਗੋਂ ਮੁਲਕ ਬਣਾ ਦਿੱਤਾ ਹੈ। ਜਿਹੜੇ ਹੈਗੇ ਨੇ ਭਿੱਖੀ ਵਿੰਡ ਦੇ ਨਾਲ ਕੋਠਿਆਂ ਦੇ ਮੋਹਰੋਂ ਆਉਂਦੀ ਸੀ ਲੰਘਦੀ, ਅੱਗੋਂ ਹੈੜ ਲੈ ਗਿਆ ਆਪ, ਅੱਛਾ, ਹੈੜ ਆਪ ਲੈ ਗਿਆ। ਬਿਲਕੁਲ ਸਹੀ ਹੋ ਗਿਆ। ਅੱਗੋਂ ਆ ਜਾ ਫਿਰ ਹੈਗੇ ਨੇ ਬਸਤੇ ਕੇ ਦਰਿਆਓ ਪਾਰ ਨੇ, ਹਾਂਜੀ, ਉਹ ਫਿਰੋਜ਼ਪੁਰ ਦੇ ਵਿੱਚ ਜਾ ਵਾੜੇ ਨੇ। ਸਹੀ ਹੋ ਗਿਆ। ਅੱਗੋਂ ਲਿਆ ਕੇ ਸਹੀ ਰਾਤ ਦੇ ਪਿੰਡ ਚੋਖੇ ਬਣਾ ਦਿੱਤੇ। ਕੀ ਵੰਡ ਕੀਤੀ ਵੀ ਜਦੋਂ ਅਸੀਂ ਉੱਠਾ ਕਰਾਂਗੇ ਨਾ, ਉਦੋਂ ਅਸੀਂ ਆਰਾਮ ਨਾਲ ਇਹਨਾਂ ਮੁਸਲਮਾਨਾਂ ਨੂੰ ਮਾਰ ਦਿਆ ਕਰਾਂਗੇ, ਤੇ ਜਦੋਂ ਸਲਾਮ ਤਾਂ ਰੱਬ ਨੇ ਮਿਟਾਉਣਾ ਹੀ ਨਹੀਂ, ਮਿਟਣ ਦਾ ਕੁਫਰ ਨੇ, ਕੁਫਰ ਨੇ ਮਿਟਣਾ ਹੈ। ਬਿਲਕੁਲ ਇੰਜੀ। ਕੁਫਰਨਾ ਦਾ ਪੁੱਤਰ ਮਿਟਰ ਨੇ। ਅੱਛਾ ਬਾਬਾ ਜੀ, ਤੁਸੀਂ ਦੱਸੋ, ਜਦੋਂ ਤੁਸੀਂ ਇੰਡੀਆ ਚੋਂ ਪਾਕਿਸਤਾਨ ਚ ਆਏ ਸਾਜੇ, ਹਾਂ। ਕੋਈ ਤੁਹਾਡਾ ਰਿਸ਼ਤੇਦਾਰ ਉੱਧਰ ਰਹਿ ਗਿਆ ਹੋਵੇ ਜਾਂ ਸਾਰੇ ਨਾ ਨਾ, ਉਹ ਤਾਂ ਕੋਈ ਸਾਡਾ ਰਹਿ ਗਿਆ। ਸਾਰੇ ਆ ਗਏ? ਸਾਰੇ ਆ ਗਏ, ਸਾਰੇ ਖੈਰੋਫੀਅਨ ਨਾਲ ਆਏ ਅੱਲਾ ਦੀ ਜਾਂ ਮਿਹਰਬਾਨੀ ਨਾਲ ਸਾਰੇ ਆਣ ਕੇ ਨਾ, ਕੋਈ ਕਿਤੇ ਬਹਿ ਗਿਆ, ਕੋਈ ਕਿਤੇ ਬਹਿ ਗਿਆ। ਜਿਸ ਵੇਲੇ ਵੀ ਐਲਾਨ ਹੋਇਆ ਵੀ ਆਪਣੇ ਪਾਕਿਸਤਾਨ ਦੀ ਹੱਦ ਆ ਗਈ ਹੈ, ਵੀ ਤੇਰਾ ਲੈ ਕੇ ਮੇਰੇ ਰਿਸ਼ਤੇਦਾਰ ਕੋ ਤੇਰਾ ਇੱਥੇ ਤੂੰ ਉਹਦੇ ਕੋ ਜਾ ਬੈਠੋ, ਤੇਰਾ ਨਹੀਂ ਤਾਂ ਪਿੰਡ ਵੇਖ ਕੇ ਇੱਥੇ ਆਣ ਬੈਠੋ। ਇਸ ਤਰ੍ਹਾਂ ਫਿਰ ਲੋਕ ਬਹਿੰਦੇ ਰਹੇ ਤੇ ਖੋਦੇ ਰਹੇ ਨੇ। ਹੋਰ ਪਤਾ ਕਿਸੇ ਨੂੰ ਕੀ ਹੋਣਾ ਸੀ। ਉਦੋਂ ਅੱਗ ਮੱਚੀ ਸੀ, ਉਦੋਂ ਪੁੱਤਰ ਅੱਗ ਮੱਚੀ ਸੀ। ਤੁਸੀਂ ਆਪਦੀਆਂ ਅੱਖਾਂ ਨਾਲ ਉਦੋਂ ਵੇਖਿਆ ਹੋਵੇ ਕਿ ਕਿਸੇ ਨਾਲ ਬੜਾ ਜ਼ੁਲਮ ਹੋਵੇ, ਜਿਹੜਾ ਇਹ ਵੀ ਅੱਖਾਂ ਅੱਗੇ ਕਿਸੇ ਨੇ ਆਉਂਦਾ ਦੇਖਣਾ ਕਿ ਨਾ, ਜਿਹੜਾ ਸਾਡੇ ਪਿੰਡ ਪਾਕਿਸਤਾਨ ਬਣਿਆ ਹੋਵੇ? ਫਕੀਰ ਸੀ, ਅੱਛਾ, ਉਹਨਾਂ ਵੀ ਉਹਨੇ ਜਿਹਨੇ ਤਲਵਾਰਾਂ ਵੱਜੀਆਂ ਸੀ, ਉਹਨਾਂ ਵਜੂਦ ਨਹੀਂ ਸੀ ਜਿੰਨੀਆਂ ਉਹਨਾਂ ਸਿਰਫ ਤਲਵਾਰਾਂ। ਇੰਨਾ ਸੀ ਬਚੇ। ਕਿਸੇ ਨੇ ਇੱਕ ਬੰਦੇ ਦੇ ਹੱਥੀਂ ਆ ਗਿਆ, ਉਹਨੇ ਲੈ ਗਿਆ ਹਸਪਤਾਲ, ਉਹ ਬਚ ਗਿਆ। ਫਾਤਾ ਦਾ ਪੁੱਤਰ, ਨੀਲੇ ਦਾ ਭਰਾ, ਉਹਨੂੰ ਲੈਣ ਗਏ ਜਿਹੜੇ ਚਕੱਤਿਆ ਲੱਭ ਹੋਏ, ਚਕੱਤੇ ਰੋਜ਼ ਜਾਂਦੇ ਸ਼ਹਿਰ ਦੌੜ ਨਾਲ ਗਈ। ਮਾਂ ਸਿਆਣ ਲੈਂਦੀ, ਪੁੱਤਰ ਨਹੀਂ ਸਿਆਣਦਾ। ਪਿੰਡ ਆ ਗਏ, ਲੀੜੇ ਲਾ ਕੇ ਵੇਖੇ ਤੂੰ ਮੇਰਾ ਪੁੱਤਰ ਆ ਵੀ ਨੇ ਨਾ, ਆ ਵੀ ਦੋ ਸੀ। ਇਹੀ ਕਰ ਇੰਨਾ ਜ਼ੁਲਮ, ਇੰਨੀ ਕੁ ਤਲਵਾਰ ਵੱਜੀ ਸੀ, ਕਾਫਰ ਕਿਸੇ ਤੇ ਮਾਰੀ ਸੀ, ਤੇ ਜਦੋਂ ਉਹਨੂੰ ਨਾ ਮਾਰੇ ਉਹਨੂੰ ਕੌਣ ਮਾਰਦਾ? ਆਪਦੀ ਆਈ ਨਾ ਮਾਰ। ਬਿਲਕੁਲ। ਆਪਣੇ ਪੁੱਤਰ ਦੁਸ਼ਮਣ ਲਗੇ ਆਦੇ, ਮੁੜ ਤੋਂ ਲਾ ਕੇ ਬਾਬੇ ਆਦਮ ਤੋਂ ਲਾ ਕੇ ਲਗੇ ਆਦੇ ਨੇ। ਬਾਬਾ ਜੀ, ਤੁਸੀਂ ਆਦੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਜੰਗਾਂ ਵੇਖੀਆਂ ਨੇ? ਅਸੀਂ ਆਦੀ ਜ਼ਿੰਦਗੀ ਵਿੱਚ ਪਹਿਲੇ ਤੋਂ ਉਲਟ ਪੁਲਟ ਵੇਖਿਆ, ਅੱਜ ਆਮਨ ਚਲਾ ਜਾ ਵੇਖਿਆ। ਹਾਲ ਚਲਾ ਵੇਖ ਲਿਆ। ਅੱਛਾ, ਬਾਅਦ 'ਚ ਫਿਰ ਜੰਗ ਵੇਖੀ ਸਨ 65 ਦੀ,
ਫਿਰ ਸਾਡਾ 71 ਦੀ ਜੰਗ ਵੇਖੀ, ਫਿਰ ਪਾਣੀ ਵੇਖਿਆ ਜਿਹੜਾ ਸਰ ਦੁਨੀਆ ਤੇ ਪਾਣੀ ਆਇਆ। ਨਹੀਂ ਨਹੀਂ, ਜਿਹੜੀ 65 ਦੀ ਜੰਗ ਸੀ ਉਹਦੇ ਚ ਤੁਸੀਂ ਕੀ ਵੇਖਿਆ, ਕਿੰਜ ਦੇ ਲੋਕ ਸੀ, ਕੀ ਬਣਿਆ ਉਹ ਜੰਗ ਦੇ ਬਾਰੇ ਕੋਈ ਦੱਸੋ। ਉਦੋਂ ਰਾਮਦਾਰੀ ਗਾਇਆ ਵੇਖ ਕੇ ਆਇਆ, ਖੇਮਕਰਨ ਸੀ ਲੁੱਟ ਕੇ ਲਿਆਂਦਾ ਸੀ। ਖੇਮਕਰਨ ਨੂੰ ਲੈ ਗਏ, ਅੱਛਾ, ਖੇਮਕਰਨ ਲੈ ਚ ਚਲੇ ਗਏ। ਜਿਹੜਾ ਮਗਰਲਾ ਜੰਗ ਆਇਆ ਉਦੋਂ ਅਸੀਂ ਗਏ ਨਹੀਂ। ਅੱਛਾ, 65 ਦੀ ਜੰਗ ਬਾਰੇ ਦੱਸੋ ਕਿ ਤੁਸੀਂ ਜਦੋਂ ਜਦੋਂ 65 ਦਾ ਜੰਗ ਲੱਗਾ ਨਾ, ਹਾਂਜੀ, ਆ ਨਾਰ ਦੇ ਲਾਲ ਸਭੇ ਲੈ ਵੀ ਉੱਥੇ ਆ ਗਿਆ ਸੀ। ਅੱਛਾ ਜੀ, ਉਹ ਉੱਥੇ ਆ ਗਿਆ ਸੀ ਨਾਰ ਤੇ, ਆਪਣੇ ਵੱਲੋਂ ਨਿਸ਼ਾਨ ਦਿੱਤਾ। ਮਾੜੇ ਦਿਨ ਨਾਲ ਅੱਗ ਲੱਗੀ ਮਚਣ, ਅੱਛਾ, ਸਾਰੀ ਰਾਤ ਐਵੇਂ ਹਾਜ਼ੀ ਸਨ ਦੇ ਵਿੱਚ ਜਿਵੇਂ ਝੱਲਾਂ ਨੂੰ ਅੱਗ ਲੱਗੀ ਹੁੰਦੀ, ਹਾਏ ਹਾਏ, ਤੇ ਸੂਰਜ ਚੜ੍ਹਨ ਨੂੰ ਪਤਾ ਲੱਗਾ ਕਾਫਰ ਗਾਇ ਕੇ ਦਿਨ ਨੇ ਯਾ ਇੱਥੇ ਹੁੰਦਾ ਲਾਲ ਵੀ ਆਉਣੇ ਆਪਾਂ ਵੀ ਆਉਣੇ ਨੇ। ਜਦੋਂ ਤੁਸੀਂ ਇੰਡੀਆ ਚ ਗਏ 65 ਦੀ ਜੰਗ ਚ, ਆਹੋ। ਤੁਹਾਡੇ ਕੋਲ ਬੰਦੂਕ ਸੀ, ਸੋਟਾ ਸੀ, ਕੀ ਚੀਜ਼ ਸੀ। ਉਦੋਂ ਬੜਾ ਕੁਝ ਸੀ ਹਾਏ ਛੱਡ ਅਜੇ ਦੋ ਹੌਸਲੇ ਜਵਾਨ ਸੀ, ਕੋਈ ਉਦੋਂ ਡਰ ਨਹੀਂ, ਕੋਈ ਕੋਈ ਆ। ਖੌਫ ਨਹੀਂ। ਮੰਜਾ ਪਿਆ ਹੋਵੇ ਬੜਾ ਸੋਹਣਾ, ਤੇ ਕੁੱਕਾ ਪਿਆ ਹੋਵੇ ਇੰਡੀਆ ਚ ਨਾ, ਇਹ ਖੇਮ ਅੱਛਾ, ਕਰ ਖੇਮ ਕਰਨ ਪਿਆ ਸੀ। ਗਏ ਤੇ ਮੈਂ ਕਿਹਾ ਨੀਲਿਆ ਹਾਏ ਹਾਏ, ਮੰਜਾ ਚੁੱਕ, ਮੰਜਾ ਹੁਣ ਚਕਾਤਾ ਅੱਛਾ ਤੇ ਮੈਂ ਫੜ ਲਿਆ ਹੁੱਕਾ, ਆ ਗਏ। ਅੱਛਾ ਫੌਜੀ ਨੇ ਆਖਿਆ ਨਹੀਂ ਜਾਣ ਦੇਣਾ, ਆਓ ਰਾਂ ਦੋ ਫੌਜੀ ਹੋਵਣ। ਅੱਛਾ ਮੈਂ ਜਨਾਬ ਸਾਨੂੰ ਜਾਣ ਦਿਓਗਾ, ਪਾਣੀ ਲੰਘਣਾ ਪਰ ਰੋਜ਼ ਬੇਧਾ ਚੜੀ ਹੋਵੇ। ਅੱਛਾ ਨਹੀਂ ਅੱਜ ਮੁੜ ਪਿਆ, ਲੈ ਗਏ ਬੇ ਸ਼ਹਿਰ ਤੇ। ਸ਼ਹਿਰ ਬੜਾ ਨਿੱਕੀ ਏਡਾ ਰੰਗੀਲਾ ਸ਼ਹਿਰ ਬਣਿਆ ਹੈ ਵੀ, ਅੱਛਾ ਅੱਛਾ ਬੜਾ ਸੋਹਣਾ ਸੀ। ਆ ਇਸ ਮਨੇ ਸਟੇਸ਼ਨ ਹੈ ਤੇ ਇਸ ਮਨੇ ਗੱਡੀ ਦੀ ਤੇ ਆਪਣਾ ਲਾਰੀ ਦਾ ਅੱਡਾ ਜਾਂਦਾ ਸੀ, ਅੱਛਾ ਵਿੱਚ ਘਰਾਂ ਵਾਲਾ ਗਾਂ ਹੋਵੇ ਬੜੀ ਇੱਕ ਸੋਹਣੀ, ਬੜੀ ਸੋਹਣੀ ਗਾਂ ਡਬਲ ਹੋਵੇ, ਉਹਨੂੰ ਗੋਲੀ ਵੱਜੀ ਵੀ ਪੜ। ਮੈਨੂੰ ਆ ਜਨਾਬ ਬਚਿਆ ਮਾਂ, ਇਹਨੂੰ ਤਕਬੀਰ ਆਖਦੇ ਹੋ, ਸਾਨੂੰ ਪਤਾ ਨਹੀਂ ਤਕਬੀਰ ਕਿਵੇਂ ਆਉਂਦੇ ਨੇ। ਅੱਛਾ ਮੈਂ ਖਾਨ ਸਾਹਿਬ ਮੈਂ ਕਿਹਾ ਫੌਜੀ ਸਾਹਿਬ ਤੁਸੀਂ ਐਵੇਂ ਕਰੋ, ਪਾਣੀ ਲਿਆਓ। ਪਾਣੀ ਲੈ ਕੇ ਬਾਲਟੀ ਆਇਆ, ਗਾਂ ਦੇ ਅੱਗੇ ਰੱਖੀ, ਗਾਂ ਨੇ ਪੀ ਲਈ। ਮੈਂ ਗਾਂ ਦੇ ਸਿਰ ਨੂੰ ਹੱਥ ਲਾ, ਗਾਂ ਲੰਮੀ ਹੋ ਗਈ। ਹਾਏ ਹਾਏ, ਇੰਨੀ ਮੁਹੱਬਤ। ਮੇਰੀ ਜਾਨ ਛੜਾ, ਤਕਬੀਰ ਆਖਤੀ, ਲਾਮਣ ਲੱਗ ਪਏ। ਗੋਸ਼ਲੀ ਆਓ ਮੈਂ ਨਾ ਸਾਨੂੰ ਜਾਣਦੇ, ਸਾਨੂੰ ਬੱਚੇ ਮਾਇਆ ਅੱਗੋਂ ਲੰਘਦਾ ਉਹਨਾਂ ਬੇੜੇ ਤੋਂ, ਸਾਨੂੰ ਦੋਵੇਂ ਚੀਜ਼ਾਂ ਨੇ ਫੌਜੀਆਂ ਕੋਲ ਲਿਆਉਣ ਦਿੱਤੀ। ਧੁੱਕਾ ਵੀ ਉਹਨਾਂ ਖੋਹ ਲਿਆ। ਉਹ ਜਿਹੜੇ ਗੋਸ਼ਤ ਬਣਾ ਦੇ ਆਉਂਦੇ ਜੀ, ਤੁਹਾਡੇ ਕੋਲ ਸ਼ਾਇਦ ਕੌਣ ਪਿਛਾ ਆਇਆ ਜੇ, ਪਿਛਾ ਪਾਉਂਦੇ ਸੀ ਕੁੜੀਆਂ 4 ਮੀਲ ਅੱਗੋਂ ਦਿਨ ਪੈ ਡੁੱਬੇ, ਹਾਏ ਹਾਏ, ਅੱਗੋਂ ਦਿਨ ਡੁੱਬੇ ਵੀ ਨਿਕਲੀਏ ਜਾਈਏ ਪਿੰਡ ਨੂੰ, ਪਾਉਂਦੇ ਤੋਂ ਬੜਾ 10-15 ਮੀਲ ਬਣ ਜਾਂਦਾ ਹੈ ਬਿਲਕੁਲ ਇੰਜ ਖੇਮ ਕਰਨ ਦਾ। ਹਾਂਜੀ ਸ਼ਹਿਰ ਉਹ ਵੀ ਵੇਖਣ ਵਾਲਾ ਸੀ ਹੁਣ ਵੀ ਆ ਕੀ ਵੇਖਦੇ ਸ਼ਹਿਰ ਫਿਰੋਜ਼ਪੁਰ ਦੇ ਨਾਲ ਦਾ ਕੋਈ ਸ਼ਹਿਰ ਹੋਵੇਗਾ, ਬੜਾ ਵਧੀਆ ਸ਼ਹਿਰ ਫਿਰੋਜ਼ਪੁਰ। ਉਹਦੇ ਨਾਲ ਦਾ ਫਰਕ ਨਹੀਂ ਕਿਤੇ ਵੇਖਣਾ। ਦੁਨੀਆ ਮੈਂ ਵੀ ਸਾਰੀ ਫਿਰੀ ਹੈ, ਪਾਕਿਸਤਾਨ ਬਣਨਾ ਹੀ ਫਰਕ ਨਹੀਂ ਵਜਾ ਹੋਣਾ। ਫਰਕ ਵੱਜ ਗਿਆ, ਵਿੱਚੋਂ ਸੋਈ ਵੀ ਨਹੀਂ ਲੱਗਣੀ ਜਦ ਤੱਕ ਗੱਡੀ ਨਾ ਲੰਘ ਜਾਏ। ਅੱਛਾ ਤੁਸੀਂ ਦੱਸੋ, ਜਦੋਂ 65 ਦੀ ਜੰਗ ਚ ਗਏ ਤੇ ਮੰਜਾ ਤੇ ਹੁੱਕਾ ਫਿਰ ਨਾ ਲਿਆ ਸਕੇ ਜਾਂ ਲੈ ਨਾ 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 ਨਹੀਂ ਮਿਲਿਆ। ਫੌਜੀਆਂ ਰੱਖ ਲਿਆ, ਕੋਈ ਸ਼ੈ ਨਹੀਂ ਹੁੱਕਾ ਵੀ ਰੱਖ ਲਿਆ। ਉਧਰੋਂ ਕੋਈ ਸ਼ੈ ਨਾ ਲੱਭੀ। ਤੇ ਦੂਜੇ ਦਿਨ ਗਏ ਸੀ ਦਾਣੇ ਲੈ ਆਂਦੇ ਕਿੰਨੇ ਦਾਣੇ ਚੁੱਕ ਕੇ ਲਿਆ। ਦਾਣੇ ਮਨ ਡੂਢ ਮਨ ਚੁੱਕ ਲੈਂਦੇ ਜੀ, ਅੱਛਾ, ਡੇਢ ਮਨ ਦਾਣੇ ਲੈ ਆਂਦੇ। ਲੈ ਆਂਦੇ ਆਰਾਮ ਨਾਲ। ਕਿੰਨੇ ਦਿਨ ਇੰਡੀਆ ਚ ਜਾਂਦੇ ਨਾ ਰਹੇ ਨਾ ਤੁਸੀਂ? ਬਸ 1-2 ਦਿਨ ਹੀ 2 ਗਏ? ਦਿਨ ਮੈਂ ਬਾਅਦ ਇੱਕ ਦਿਨ ਹੁੱਕਾ ਚੁੱਕਿਆ ਤੇ ਤੇ ਦੂਜੇ ਦੂਜੇ ਦਿਨ ਦਿਨ ਦਾਣੇ ਲੈਣ ਚਲੇ ਗਏ। ਘਰ ਜਾਂਦੇ ਦਾਣੇ ਸਾਂ ਨਹੀਂ ਹੈਗੇ ਸੀ। ਡਰ ਆਉਂਦਾ ਸੀ, ਪੁੱਛ ਅੱਛਾ। ਕਿਉਂ ਐਡੇ ਐਡੇ ਗੋਲ ਹੁਣ ਪਕਾ ਖੜੀ ਹੋਇਆ ਇਸ ਤਰ੍ਹਾਂ। ਅੱਛਾ ਫੌਜੀ ਤਕੀਦ ਕਰਦੇ ਸੀ, ਹਰ ਬੰਦੇ ਨੂੰ ਪੁਲਖ ਜਾਂਦਾ ਸੀ ਸਾਰਾ ਵੇਖਣ, ਅੱਛਾ, ਬਈ ਬੰਦੇ ਅੱਲਾ ਦੇ ਹੋ, ਇਹ ਰਾਹ ਛੱਡ ਕੇ ਪਾਸੇ ਨਾ ਆਇਆ ਜੇ। ਬਿਲਕੁਲ ਸਹੀ ਹੋ, ਇਹ ਮਜ਼ਾਇਲ ਨੱਪੇ ਸੀ ਬਿਲਕੁਲ ਸਹੀ ਉਹਨਾਂ ਨੇ। ਗੱਭਰੂ ਬੜਾ ਸੋਹਣਾ ਜਵਾਨ ਹੈ, ਪਹਿਲਾਂ ਕਿੱਥੋਂ ਸਾਡੇ ਕੋਲ ਲੰਘਿਆ ਹੀ ਕਰਕੇ ਪਕਾਰ ਚੁਗਣ ਲੱਗ ਪਿਆ। ਮੈਂ ਅਸੀਂ ਨੱਪਿਆ ਉੱਤੇ ਪੈਰ ਆ ਗਿਆ, ਬੋਟੀਆਂ ਤੇ ਲੱਗੀ। ਜਾ ਅਸੀਂ ਵੇਖਦੇ ਗਏ, ਸਾਨੂੰ ਚੱਲਣ ਦੇ ਫੇਰ ਨਹੀਂ ਸੀ ਗਏ। ਫਿਰ ਨਹੀਂ ਵੀ। ਰਗਏ ਤੇ ਇਸੇ ਤਜਰਬਾ ਕੀਤਾ, ਰਗਏ ਨੂੰ ਵੀ ਪੈਸੇ ਦੇਣੇ ਤੇ ਪੰਜਾਬੀ ਨੂੰ ਮੁਸਲਮਾਨ ਨੂੰ ਵੀ ਪੈਸੇ ਦੇਣੇ, ਜਾਓ ਜੀ ਜਾ ਕੇ ਕਸੂਰ ਦਾ ਸੈਰ ਕਰ ਆਓ। ਰਗਏ ਨੇ ਪੈਸੇ ਸਾਰੇ ਮਕਾਉਣੇ ਨੇ, ਤੂੰ ਪੈਸੇ ਰੱਖ ਲੈਣੇ। ਹਾਂ ਵੀ ਕਿੰਨੇ ਤੇਰੇ ਕੋਲ ਨੇ ਜੀ? ਮੇਰੇ ਕੋਲ ਆਨਾ ਵੱਧ ਗਿਆ। ਤੇਰੀ 6 ਨੇ ਸਿਖਾ ਦਿਓ ਤੇ 12 ਨੇ ਸਿਖਾ ਹੈ। ਕਿਉਂ ਖਰਚ ਕਰਨ ਜਾਣਦਾ, ਤੂੰ ਖਰਚ ਕਰਨ ਨਹੀਂ ਜਾਣਦਾ। ਬੜੀ ਗੱਲ। ਤੂੰ ਖਰਚ ਕਰਨ ਨਹੀਂ ਜਾਣਦਾ, ਤੂੰ ਪੈਸਾ ਨੱਪਣ ਜਾਣਦਾ ਹੈ। ਉਹ ਰੰਗੇਜ ਖਰਚ ਕਰਨ ਜਾਣਦਾ, ਉਹਦੀ 6 ਨੇ ਸਿਖਾ, ਤੇਰੀ 4 ਨੇ ਸਿਖਾ। ਬਿਲਕੁਲ ਉਹਨੇ ਤੱਕੜੀ ਦਾ ਤੋਲ ਪੁੱਤਰ ਕੀਤਾ ਹੈ ਤੇ ਕਰਕੇ ਗਿਆ 100 ਸਾਲ। ਉੱਥੇ ਇਹ ਨਹੀਂ ਸੀ ਹੁੰਦੀ ਯਾਰ ਮੈਂ ਕਿਵੇਂ ਕਰਾਂਗਾ, ਰੁਪਈਏ ਹੋਣ ਵਧਿਆ ਉੱਥੇ ਜਾ ਕੁਛ ਕਰਾਂ ਉੱਥੇ, ਨਾ 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 ਨਾ, ਇਹ ਗੱਲ ਨਹੀਂ। ਅੱਛਾ ਬਾਬਾ ਜੀ, ਹੁਣ ਐਂਡ ਤੇ ਇੱਕ ਤੁਸੀਂ ਤੇਰਾ ਮਿਸਾਲ ਕੁੱਤਾ ਰੱਖਿਆ ਤੂੰ, ਹਾਂਜੀ ਉਹਦੇ ਗੱਲ ਪਟਾ ਹੈ,
ਉਹ ਕੁੱਤੇ ਨੂੰ ਮੈਂ ਮਾਰਤਾ ਹੈ। ਉਹ ਤੇਰਾ ਕੁੱਤੇ ਦਾ ਕਤਲ ਮੇਰੇ ਉੱਤੇ ਪੂਰਾ ਬੰਦੇ ਦਾ ਪੈਣਾ ਹੈ ਰਗਈ ਦੇ ਰਾਜ ਦੇ ਵਿੱਚ। ਬੜੇ ਸਖਤ ਕਾਨੂੰਨ ਸੀ। ਨਾ ਜੀ ਪੂਰਾ ਕਤਲ ਮੇਰੇ ਉੱਤੇ। ਉਹਦੇ ਗੱਲ 'ਚ ਪਟਾ ਹੋਵੇ ਸਹੀ, ਬਿਲਕੁਲ ਸਹੀ। ਪਟਾ ਹੈ ਨਾ, ਪਟੇ ਦੀ ਮੋਹਰ ਹੈ, ਉਹਦੀ ਮੋਹਰ ਹੈ ਨਾ। ਉਹ ਤੇਰਾ ਕੁੱਤਾ ਦਾ ਜਿਹੜਾ ਕਤਲ ਮੈਨੇ ਪੂਰਾ ਬੰਦੇ ਦੇ ਮੇਰੇ ਉੱਤੇ ਲਗਾਈ ਦੇ ਪਾ ਦੇਣਾ। ਫਾਂਸੀ ਲਾਵੇ, ਬੇਮੁਲਕੋਂ ਮੁਲਕ ਕਰ ਦੇਵੇ, ਜਿੱਥੇ ਮਰਜ਼ੀ ਕਰ ਦੇ, ਲਗਾਈ ਦੇ ਨਾਲ ਦੀ ਹੁਕੂਮਤ ਕਿਸੇ ਨਹੀਂ ਕਰਦੀ। ਅੱਛਾ ਬਾਬਾ, ਜਿੱਥੇ ਤੁਸੀਂ ਰਹਿੰਦੇ ਸਾਜੇ ਉੱਥੇ ਕੋਈ ਮਸਜਿਦ ਬਣੀ ਹੈਗੀ ਸੀ ਕੋਲ? ਹਾਂ, ਜਿੱਥੇ ਇੰਡੀਆ 'ਚ ਰਹਿੰਦੇ ਸਾਜੇ ਉੱਥੇ ਕੋਈ ਮਸਜਿਦ ਬਣੀ ਹੈਗੀ ਸੀ ਤੁਹਾਡੇ ਕੋਲ? ਮਸਜਿਦ ਬੜੀ ਸੋਹਣੀ ਬਣੀ ਸੀ। ਸੋਹਣੀ ਬਣੀ ਸੀ। ਮਸਜਿਦ ਸੀ ਸਾਡੇ ਪਿੰਡ ਦੇ ਘਰ ਹੈਗੇ ਸੀ 50 ਕੋ, 50 ਘਰ ਸੀ। 2 ਘੱਟ ਵੱਧ ਹੋਣਗੇ। ਅਸੀਂ ਡੇਰਾ ਸੀ ਕੁਤਵਾਲੀ ਬਾਈ ਸਾਡੇ ਪਿੰਡ ਦੇ ਡੇਰੇ ਨਾਲ ਮਸਜਿਦ ਬਣੀ ਸੀ। ਉਦੋਂ ਮਸਜਿਦ ਕੱਚੀ ਸੀ, ਇੱਟਾਂ ਦੀ ਕੱਚੀ ਬਣਾਈ ਸੀ ਪੱਕੀ। ਉਹ ਇੱਕ ਦਿਨ ਦਾ ਵਾਕਿਆ ਇਹ ਵੀ ਆਇਆ ਸੀ ਵੀ ਮੈਂ ਪੌੜੀ ਕਿਸੇ ਬੜੇ 2 ਸਾਲ ਦੀ ਗੱਲ ਹੈ। ਅਸੀਂ ਚਲੇ ਗਏ, ਕੱਬ ਬੰਦੇ ਦੇ ਆ ਗਏ, ਅਸੀਂ ਚਲੇ ਗਏ ਜਿੱਥੇ ਹਰਾ ਲੈਂਦਾ ਝੰਡਾ। ਉੱਥੇ ਜੱਟ ਖੜਾ ਸੀ, ਅਸੀਂ ਤੰਬਾਕੂ ਲਿਆ ਬਗਰ ਖਾਣਾ ਨਾਲ ਸੇ ਸੂਬੇ ਦਾ ਸਾਹਮਣੇ ਲੈ ਗਿਆ। ਉੱਥੇ ਠੰਡ ਬੜੀ ਹੋਵੇ। ਉਹ ਆਂਦਾ ਸਰਦਾਰ ਸਾਡੇ ਮੇਰੇ ਬੰਦਿਆਂ ਨੂੰ ਤੰਬਾਕੂ ਲਿਆ ਸੀ ਘੋੜਾ। ਮੈਂ ਤਾਂ ਛੇੜਿਆ ਨਾ, ਆ ਯਾਰ ਆਪਣਾ ਨੇੜੇ ਸ਼ਹਿਰ ਸਾਡਾ ਆ ਗਿਆ, ਮੈਂ ਤੰਬਾਕੂ ਲੈ ਆਈਏ। ਉਹ ਮੈਨੂੰ ਲੈ ਗਿਆ ਆਪਦੇ ਕੋਲ। ਮੈਨੂੰ ਆਂਦਾ ਮੁੱਲਾ ਕਿੰਨੇ ਸਾਲਾਂ ਵਾਸਤੇ ਤੰਬਾਕੂ ਲੈਣਾ ਸੀ? ਮੈਂ ਸਾਲਾਂ ਵਾਸਤੇ। ਇਹ ਹੋਰ ਉਹ ਵਕਤ ਨਹੀਂ ਬਾਬਾ ਜੀ, ਤੂੰ ਭਾਲਣਾ ਹੈ। ਕਿੱਥੇ ਰਹਿੰਦਾ ਹੈ? ਮੈਂ ਬਾਬਰੀਆਂ ਯੂਨੀਵਰਸਿਟੀ ਰਹਿੰਦੇ ਸਾਡੇ ਭੱਟੀਆਂ ਵਾਲੀ ਬਸਤੀ ਦੇ ਨਾਲ। ਉਹਨੇ ਉਹ ਬਸਤੀ ਮੇਰਾ ਘਰ ਹੈ, ਉਹ ਬਸਤੀ ਮੇਰਾ ਘਰ ਹੈ। ਨਾ ਕੀ ਦੱਸੇ ਫਲਾਣਾ ਸੇ ਆਗੇ ਮੇਰੇ ਨਾਂ ਦੱਸਿਓ। ਉਹ ਜਿਹੜੀ ਕੁੱਟੀ ਦੱਸਣਾ ਹੈ ਤੰਬਾਕੂ, ਉਹ ਕੁੱਟੀ ਜਗ੍ਹਾ ਸਾਡੇ ਸਿਵੇ ਨੇ। ਤੇਰੀ ਮਸਜਿਦ ਜਗ੍ਹਾ ਉੱਤੇ ਸਾਡਾ ਗੁਰਦੁਆਰਾ ਹੈ। ਜਿਹੜਾ ਡੇਰਾ ਸੀ, ਡੇਰੇ ਨਾਲ ਜਿਹੜੀ ਹਵੇਲੀ ਸੀ, ਬੂਹਾ ਪੱਕਾ ਸੀ, ਬਾਕੀ ਕੱਚੀ, ਉਹ ਮੇਰਾ ਘਰ ਹੀ। ਮੈਨੂੰ ਜ਼ਮੀਨ ਉੱਥੇ ਪਈ। ਪਰਮਟ ਬਣਾ ਲਾ, ਆ ਮੇਰੇ ਕੋਲ ਰਹਿ ਆਵੀ 2-4 ਦਿਨ ਰਹਿ ਆਵੀ, ਨਾ ਮੇਰਾ ਇਲਾਕਾ ਵੇਖ ਆਵੀਂ। ਰੋਟੀ ਤੈਨੂੰ ਮੁਸਲਮਾਨੀ ਦਿਆਂਗਾ, ਆਪਦੀ ਹੱਥ ਨਾਲ ਪਕਾ ਕੇ ਖਾ ਲਈ, ਭਾਵੇਂ 10 ਦਿਨ ਰਹਿ ਆਵੀਂ ਮੇਰੇ ਨਾਲ। ਮੈਂ ਨਾ ਜੀ ਮੈਨੂੰ ਕੀ ਲੋੜ ਹੈ ਅਮਨ, ਮੈਨੂੰ ਕੀ ਲੋੜ ਹੈ ਅਮਨ ਉੱਤੇ ਵੀ ਤੇਰੇ ਕੋਲ 10 ਦਿਨ ਰਾਹ ਰੋਟੀ ਆਪ ਪਕਾਵਾਂ, ਰਾਸ਼ਨ ਸੁੱਕਾ ਲਾਂ, ਮੈਨੂੰ ਫਾਇਦਾ ਕੀ ਜਾ। ਬਾਬਾ ਜੀ ਹੁਣ ਨਾਰਾ ਮਾਰੋ ਤਾਂ ਕਿ ਜਿਹੜੇ ਸਾਨੂੰ ਵੇਖਦੇ ਪਏ ਸੀ ਉਹਨਾਂ ਨੂੰ ਬੜੀ ਖੁਸ਼ੀ ਹੋਈ। ਅਸੀਂ ਪਾਕਿਸਤਾਨ ਬਣਨ ਤੋਂ ਮੈਨੂੰ ਬੜੀ ਖੁਸ਼ੀ ਹੋਈ, ਬੜੀ ਖੁਸ਼ੀ। ਨਾਰਾ ਮਾਰੋ ਪਾਕਿਸਤਾਨ जिंदाबाद, पाकिस्तान जिंदाबाद, हजरत बाबा कायदे आज़म जिंदाबाद।